टॉपिक है वो है आम दुकानदार ते कॉटेज इंडस्ट्री। जी हाँ, ਵਪਾਰ ਬੰਦ, ਕਾਰੋਬਾਰ ਬੰਦ, ਟੈਕਸਾਂ ਦਾ ਕਿਉਂ ਦਿੱਤਾ ਦੰਡ। ਇੱਕ ਪਾਸੇ ਤੁਸੀਂ ਪ੍ਰਧਾਨ ਮੰਤਰੀ ਜੀ ਕਹਿ ਰਹੇ ਆ ਆਤਮ ਨਿਰਭਰ ਬਣੋ, ਕਾਰਪੋਰੇਸ਼ਨ ਵਾਲੇ ਆਏ ਜੀ ਤੁਹਾਡਾ ਪਾਣੀ ਸੀਵਰੇਜ ਕਮਰਸ਼ੀਅਲ, ਤੁਹਾਡਾ ਪ੍ਰਾਪਰਟੀ ਟੈਕਸ ਕਮਰਸ਼ੀਅਲ, ਤੁਹਾਡਾ PSPCL ਵਾਲਾ ਆਏ ਤੁਹਾਡਾ ਜੀ ਬਿਜਲੀ ਦਾ ਮੀਟਰ ਕਮਰਸ਼ੀਅਲ। ਕਿੱਥੋਂ ਆਤਮ ਨਿਰਭਰ ਬਣ ਜਾਈਏ। DC ਸਾਹਿਬ ਨੇ ਲਿਖਿਆ ਕਿ ਰੱਬ ਦਾ ਵਾਸਤਾ ਘਰ ਬੈਠੋ। ਰੱਬ ਦੇ ਵਾਸਤੇ ਯਾਰ ਇਦਾਂ ਦੇ ਕੰਮ ਨਾ ਕਰੋ। ਜੀ ਸਾਹਿਬ ਨੇ ਤਾਂ ਆਪਣੇ ਵੱਲੋਂ ਸਹੀ ਕਿਹਾ ਨਾ, ਇਸ ਟਾਈਮ ਕੋਵਿਡ ਦੇ ਜੋ ਹਾਲਾਤ ਹੈ, ਜੋ ਕੇਸਿਸ ਆ ਰਹੇ ਹੈ, ਉਹਦੇ ਵਿੱਚ ਇੱਦਾਂ ਦਾ ਇਸ ਟਾਈਮ ਇੱਕ ਚੇਨ ਤੋੜਨਾ ਬਹੁਤ ਜ਼ਰੂਰੀ ਹੈ। ਡਿਜ਼ਾਸਟਰ ਮੈਨੇਜਮੈਂਟ ਐਕਟ ਦੇ ਤਹਿਤ ਤੁਸੀਂ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਉਹ ਸਾਰੀਆਂ ਸਹੂਲਤਾਂ ਦੇਣੀਆਂ ਬਣਦੀਆਂ ਸੀ ਜੋ ਆਪਦਾ ਦੇ ਦੌਰਾਨ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ। ਚੇਨ ਤੋੜਨੀ ਚਾਹੀਦੀ ਹੈ, ਲੇਕਿਨ ਤੁਸੀਂ ਇਹ ਵੀ ਤਾਂ ਸੋਚੋ ਕਿ ਇੱਕ ਪਾਸੇ ਜੇ ਕੋਵਿਡ ਤੋਂ ਕੋਈ ਬਚ ਜਾਏਗਾ ਤੇ ਅੰਦਰ ਘਰ ਭੁੱਖਾ ਬਹਿ ਕੇ ਮਰ ਜਾਊਗਾ। ਇੰਨਾ ਸਮਾਨ ਤਾਂ ਆਇਆ, ਇੰਨਾ ਕੁਝ ਵੰਡਿਆ ਗਿਆ, ਇੰਨਾ ਅਸੀਂ ਦੇਖੇ NGOs ਨੇ ਅੱਗੇ ਆ ਕੇ ਲੰਗਰ ਲਾਏ, ਫਿਰ ਤੁਸੀਂ ਕਹਿ ਰਹੇ ਹੋ ਕੁਝ ਹੋਇਆ ਹੀ ਨਹੀਂ। ਰਾਸ਼ਨ ਦੀ ਜਿਹੜੀ ਤੁਸੀਂ ਦੁਰਗਤੀ ਕੀਤੀ, ਰਾਸ਼ਨ ਵੰਡਣ ਵੇਲੇ ਜੋ ਤੁਸੀਂ ਰਾਜਨੀਤਿਕ ਖੇਲ ਖੇਲਿਆ ਉਹ ਬੜਾ ਗਲਤ ਖੇਲਿਆ। ਆਸ਼ੂ ਜੀ ਸਾਡੇ ਖੁਰਾਕ ਮੰਤਰੀ ਨੇ ਪੰਜਾਬ ਦੇ, ਬਿਲਕੁਲ ਹੈਗੇ, ਆਪਣੇ ਆਪ ਨੂੰ ਵਿਕਾਸ ਪੁਰਸ਼ ਕਹਾਉਂਦੇ ਆ। ਵਿਕਾਸ ਪੁਰਸ਼ ਕਹਾਉਂਦੇ ਦਾ ਕੀ ਮਤਲਬ ਹੈ ਸਰ? ਵੱਡੇ ਲੀਡਰ ਮਹਿਲਾਂ 'ਚ ਬਹਿ ਕੇ ਆਰਡਰ ਦੇ ਦਿੰਦੇ ਆ ਕਿ ਕਰ ਦਿਓ ਲੋਕਡਾਊਨ, ਕਰ ਦਿਓ ਲੋਕਾਂ ਨੂੰ ਬੰਦ, ਕਰੋਨਾ ਫੈਲਾਤਾ। ਉਹ ਤੁਸੀਂ ਦੇਖੋ ਕਰੋਨਾ ਦੇ ਨਾਲ ਤਾਂ ਮਰਨਗੇ ਹੀ ਲੋਕ, ਜਿਹੜੇ ਭੁੱਖੇ ਮਰ ਜਾਣਗੇ ਉਹਨਾਂ ਬਾਰੇ ਕੀ ਤੁਹਾਡੀ ਸਟ੍ਰੈਟਜੀ, ਮਤਲਬ ਕੀ ਰਣਨੀਤੀ ਹੈਗੀ ਹੈ? ਜਿਹੜਾ ਉੱਠਦਾ ਅੱਜ ਦੇ ਟਾਈਮ 'ਚ ਉਂਗਲ ਚੱਕਦਾ ਆਸ਼ੂ ਜੀ ਵੱਲ ਕਰ ਦਿੰਦਾ, ਜਿਹੜਾ ਉੱਠਦਾ ਉਂਗਲ ਚੱਕਦਾ ਆਸ਼ੂ ਜੀ ਵੱਲ ਕਰਦਾ, ਉਹ ਉਹਨਾਂ ਦਾ ਕਸੂਰ ਕੀ ਹੈ? ਕਾਂਗਰਸ 'ਚ ਰਿਹਾ ਵਾਂ, ਮੇਰੇ ਕਿਸੇ ਟਾਈਮ ਜੂਨੀਅਰ ਹੁੰਦੇ ਸੀ। ਤੁਸੀਂ ਕਾਂਗਰਸ 'ਚ ਸੀਗੇ? ਯੈਸ, ਮੈਂ ਪਹਿਲਾਂ ਕਾਂਗਰਸ 'ਚ ਸੀਗਾ। ਸੁਪਰ ਮੰਤਰੀ ਤੁਸੀਂ ਕੀ ਕਹਿੰਦੇ? ਸੁਪਰ ਮੰਤਰੀ? ਸੁਪਰ ਮੰਤਰੀ ਹੈ। ਕੌਣ ਹੈ ਸੁਪਰ ਮੰਤਰੀ? ਸੁਪਰ ਮੰਤਰੀ ਤੁਹਾਨੂੰ ਪਤਾ ਹੀ ਹੈ, ਸਾਰਾ ਸ਼ਹਿਰ ਜਾਣਦਾ। ਨਹੀਂ, ਮੈਨੂੰ ਤਾਂ ਨਹੀਂ ਪਤਾ। ਮੈਨੂੰ ਤਾਂ ਦੇਖੋ, ਮੈਂ ਤਾਂ ਸੁਣਿਆ, ਮੈਂ ਵੀ ਸੁਪਰ ਮੰਤਰੀ ਸੁਣਿਆ। ਅਸੀਂ 2 ਮਹੀਨੇ ਅੰਦਰ ਬਹਿਣ ਨੂੰ ਤਿਆਰ ਹਾਂ ਜੀ, ਤੁਸੀਂ 3 ਮਹੀਨੇ ਅੰਦਰ ਬਿਠਾ ਦਿਓ, ਲੇਕਿਨ ਸਾਡੇ ਬਿਜਲੀ ਦੇ ਬਿੱਲ ਮਾਫ ਕਰ ਦਿਓ, ਸਾਡੇ ਪਾਣੀ ਸੀਵਰੇਜ ਮਾਫ ਕਰ ਦਿਓ। ਤੁਸੀਂ ਤਾਂ ਪ੍ਰਾਪਰਟੀ ਟੈਕਸ 10% ਵਧਾਤਾ। ਉਹ ਦੇਖ ਰਿਹਾ ਉੱਪਰ ਬੈਠਾ, ਉਹਦੀ ਲਾਠੀ 'ਚ ਆਵਾਜ਼ ਨਹੀਂ ਹੈ। ਘੱਟੋ ਘੱਟ ਤੁਹਾਨੂੰ ਤਾਂ ਹਰ ਚੀਜ਼ ਮਿਲ ਰਹੀ ਹੈ, ਤੁਹਾਡੀ ਤਨਖਾਹਾਂ ਬੰਦ ਨਹੀਂ ਹੋਈਆਂ, ਤੁਹਾਡੇ ਮਾਣ ਭੱਤੇ ਬੰਦ ਨਹੀਂ ਹੋਏ, ਤੁਹਾਡੀ ਹਰ ਸੁੱਖ ਸੁਵਿਧਾਵਾਂ, ਤੁਹਾਡੇ ਪੈਟਰੋਲ ਤੱਕ ਫ੍ਰੀ ਨੇ। ਤੁਹਾਨੂੰ ਜਨਤਾ ਨੇ ਚੁਣਿਆ, ਤੁਹਾਨੂੰ ਰੱਬ ਮੰਨਿਆ, ਅੱਜ ਤੁਸੀਂ ਸੱਚੀ ਰੱਬ ਬਣ ਗਏ। ਯਾਰ ਘੱਟੋ ਘੱਟ ਸੇਵਾ ਕਰ ਲਓ। ਜਿਹੜਾ ਬੰਦਾ ਘਰੇ ਬੈਠ ਸਕਦਾ ਬਹਿ ਜਾਓ। ਹਾਲਾਤ ਬਹੁਤ ਖਤਰਨਾਕ ਨੇ। जन हितैषी देख रहे दर्शकों का स्वागत है जन जन की बात जन हितैषी के साथ। दोस्तों मैं संदीप शर्मा एक बार फिर तुहाडे नाल रूबरू हो रहा है तो अज का जिहड़ा साडा टॉपिक है वो है आम दुकानदार ते कॉटेज इंडस्ट्री। जी हाँ, ये एक अजकल पिछले कुछ दिनों तो बड़ा वायरल हो रहा सोशल मीडिया ते कि लुधियाना शहर दे विच कोविड के इस दौर दे विच जिहड़ा एक आम दुकानदार है और कॉटेज इंडस्ट्री मतलब छोटे छोटे माइक्रो लैवल ते जिहड़े लोग वपार करते हैं अपने घरां च या दुकानां दे विच, उन्हां नूं कॉटेज इंडस्ट्री कहा जाता है। सो वो लोग जिहड़े हैगे है उन्होंने एक तकिया कलाम या एक कह दो नारा दिता है कि वपार बंद, कारोबार बंद, हुण बंद करो टैक्सां दा दंड। जी हाँ, ये उन्होंने जिहड़ा टाइटल है, ये नारा है, ये बहुत ज़्यादा वायरल हो रहा है। लोगों 'च बहुत सारिया चर्चावां बनिया हुई हैं इनू लैके। सो लोग बार बार इनू पसंद कर रहे हैं, लाइक कर रहे हैं और एक दूजे नू सोशल मीडिया ते फॉरवर्ड कर रहे हैं। सो इस सारे मामले दे विच अज असीं साडे नाल रूबरू हो रहे हैं कीमती रावल जी, जिहड़े कि समाज सेवी भी है। सो इन्हां दे लीडरशिप ਦੇ ਵਿੱਚ ਇਹ ਸਾਰਾ ਇੱਕ ਉਪਰਾਲਾ ਕੀਤਾ ਗਿਆ ਹੈ। ਸੋ ਇੱਕ ਵਾਰੀ ਗੱਲਬਾਤ ਕਰਦੇ ਹਾਂ, ਜਾਣਦੇ ਹਾਂ ਕੀਮਤੀ ਰਾਵਲ ਜੀ ਤੋਂ ਕਿ ਕੀ ਇਹ ਮਾਮਲਾ ਹੈ ਤੇ ਇੱਕ ਵਾਰੀ ਦਿਖਾਣਾ ਵੀ ਚਾਹਾਂਗੇ, ਰਿਕੁਐਸਟ ਕਰਾਂਗੇ ਕਿ ਕੀ ਉਹ ਨਾਰਾ ਹੈਗਾ। ਨਮਸਕਾਰ ਸਰ। ਸੰਦੀਪ ਜੀ ਨਮਸਕਾਰ ਜੀ। ਮੈਂ ਪਹਿਲਾਂ ਤਾਂ ਉਹ ਇੱਕ ਪੋਸਟਰ ਦਿਖਾਓ ਜਿਹੜਾ ਤੁਹਾਡਾ ਇਹ ਹੈਗਾ। ਇਹ ਹੈਗਾ ਸ਼ੌਪਕੀਪਰ ਐਂਡ ਕਾਟੇਜ ਇੰਡਸਟਰੀ ਐਸੋਸੀਏਸ਼ਨ। ਜੀ। ਇਹਦਾ ਮਤਲਬ ਸਮਝਾਉਣਾ ਪਹਿਲਾਂ ਜੀ। ਸਭ ਤੋਂ ਪਹਿਲਾਂ ਇਹਦਾ ਮਤਲਬ ਇਹ ਹੈ ਦੁਕਾਨਦਾਰ, ਮਝੇਲਾ ਦੁਕਾਨਦਾਰ ਜਿਵੇਂ ਮੈਂ ਹਾਂ ਜੀ। ਕਾਟੇਜ ਇੰਡਸਟਰੀ ਘਰੇਲੂ ਉਦਯੋਗ, ਘਰੇਲੂ ਉਦਯੋਗ ਕਿਹਨੂੰ ਕਿਹਾ ਜਾਂਦਾ? ਜਿਹੜਾ
ਇੱਕ ਘਰਾਂ 'ਚ। ਘਰਾਂ ਦੇ ਵਿੱਚ ਕੋਈ ਇੱਕ ਮਸ਼ੀਨ ਲਾ ਕੇ ਜੀ। ਆਪਣਾ ਕੰਮ ਕਰਕੇ ਬਾਜ਼ਾਰ ਵੇਚ ਰਿਹਾ, ਜੀ ਕੋਈ ਬਿਊਟੀ ਪਾਰਲਰ ਖੋਲਿਆ ਹੈ, ਕੋਈ ਘਰਾਂ 'ਚ ਤਰਪਾਈਆਂ ਕਰ ਰਿਹਾ ਹੈ, ਟੇਲਰ ਦਾ ਟੇਲਰਿੰਗ ਹੋ ਗਿਆ, ਜੀ। ਘਰਾਂ 'ਚ ਪਾਰਲਰ ਹੋ ਗਏ, ਘਰਾਂ ਦੇ ਵਿੱਚ ਸਿਲਾਈ ਕੋਈ ਕਢਾਈ। ਸਿਲਾਈ ਕਟਾਈ, ਕੋਈ ਹੋਰ ਤਰ੍ਹਾਂ ਦੇ ਇਦਾਂ ਦੇ ਕਈ ਵਪਾਰ ਹੈਗੇ ਨੇ ਜਿਹੜੇ ਬਿਲਕੁਲ ਕਿ ਠੀਕ ਹੈ ਜੀ। ਲੋਕ ਛੋਟੇ ਛੋਟੇ ਆਤਮ ਨਿਰਭਰ ਜੀ। ਭਾਰਤ ਜਿਹਨੂੰ ਸਾਡੇ ਪ੍ਰਧਾਨ ਮੰਤਰੀ ਜੀ ਕਹਿੰਦੇ ਨੇ, ਜੀ। ਆਤਮ ਨਿਰਭਰ ਬਣੋ। ਜੀ ਤੁਸੀਂ ਤਾਂ ਆਤਮ ਨਿਰਭਰ ਲਈ ਇੱਕ ਮੈਂ ਨਾਰਾ ਦਿੱਤਾ ਵਾ ਹੈ, ਜੀ ਵਪਾਰ ਬੰਦ, ਜੀ ਕਾਰੋਬਾਰ ਬੰਦ, ਜੀ ਟੈਕਸਾਂ ਦਾ ਕਿਉਂ ਦਿੱਤਾ ਦੰਡ। ਜੀ ਤੁਸੀਂ ਸਾਨੂੰ ਟੈਕਸਾਂ ਦਾ ਦੰਡ ਦੇ ਰਹੇ ਹੋ। ਜੀ ਇੱਕ ਪਾਸੇ ਤੁਸੀਂ ਪ੍ਰਧਾਨ ਮੰਤਰੀ ਜੀ ਕਹਿ ਰਹੇ ਆ ਆਤਮ ਨਿਰਭਰ ਬਣੋ, ਜੀ ਅਸੀਂ ਆਤਮ ਨਿਰਭਰ ਜਦੋਂ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ। ਜੀ ਤੁਸੀਂ ਸੰਦੀਪ ਜੀ ਤੁਹਾਨੂੰ ਪਤਾ ਹੋਏਗਾ, ਜਦੋਂ ਅਸੀਂ ਘਰ 'ਚ 2 ਮਸ਼ੀਨਾਂ ਲਾ ਲਈਆਂ ਜੀ ਸਿਲਾਈ ਦੀਆਂ, ਜੀ ਸਿਲਾਈ ਦੀਆਂ ਮਸ਼ੀਨਾਂ ਲਾਉਣ ਤੋਂ ਬਾਅਦ ਕਾਰਪੋਰੇਸ਼ਨ ਵਾਲੇ ਆਏ ਜੀ ਜੀ, ਤੁਹਾਡਾ ਪਾਣੀ ਸੀਵਰੇਜ ਕਮਰਸ਼ੀਅਲ, ਜੀ ਤੁਹਾਡਾ ਪ੍ਰਾਪਰਟੀ ਟੈਕਸ ਕਮਰਸ਼ੀਅਲ, ਜੀ ਤੁਹਾਡਾ PSPCL ਵਾਲਾ ਹੈ, ਤੁਹਾਡਾ ਜੀ ਬਿਜਲੀ ਦਾ ਮੀਟਰ ਕਮਰਸ਼ੀਅਲ। ਜੀ ਕਿੱਥੋਂ ਆਤਮ ਨਿਰਭਰ ਬਣ ਜਾਈਏ। ਅੱਜ ਮੈਂ DC ਸਾਹਿਬ ਦਾ ਸਲੋਗਨ ਪੜਿਆ ਕਿਸੇ ਨਿਊਜ਼ਪੇਪਰ 'ਚ, ਜੀ ਬੜਾ ਵਧੀਆ ਲੱਗਿਆ। DC ਸਾਹਿਬ ਨੇ ਲਿਖਿਆ ਕਿ ਰੱਬ ਦਾ ਵਾਸਤਾ ਘਰ ਬੈਠੋ। ਜੀ ਉਹ ਲੋਕ ਕਿੱਦਾਂ ਘਰ ਬੈਠਣ ਸੰਦੀਪ ਜੀ, ਜੀ ਜਿਨ੍ਹਾਂ ਦੇ ਘਰ ਜਦੋਂ ਉਹ ਘਰ ਜਾਂਦੇ ਆ, ਉਹਨਾਂ ਦੇ ਘਰ ਦਾ ਰੋਟੀ ਪਾਣੀ, ਜੀ। ਉਹਨਾਂ ਦਾ ਜੋ ਕਾਰੋਬਾਰ ਬੰਦ ਹੋ ਗਿਆ, ਜੀ ਉਹ ਬਿਜਲੀ ਦੇ ਬਿੱਲ ਕਿੱਥੋਂ ਦੇਣ। ਜੀ ਜਦੋਂ ਤੁਹਾਡੇ ਬਿਜਲੀ ਦਾ ਬਿੱਲ ਨਹੀਂ ਦਿੱਤਾ ਜਾਂਦਾ, ਤੁਹਾਡੇ ਅਫਸਰ ਆਉਂਦੇ ਨੇ, ਆ ਕੇ ਬਿਜਲੀ ਦੀ ਕੱਟ ਕੇ ਚਲੇ ਜਾਂਦੇ ਨੇ, ਜੀ ਉਹਨਾਂ ਦੀ ਲੋਕਾਂ ਦੀ ਜ਼ਿੰਦਗੀ 'ਚ ਅੰਧੇਰਾ ਹੋ ਜਾਂਦਾ ਹੈ। ਉਹ ਰੱਬ ਦਾ ਵਾਸਤਾ, ਮੈਂ ਵੀ ਰੱਬ ਦਾ ਵਾਸਤਾ ਤੁਹਾਨੂੰ ਦਿੰਦਾ ਸਰਕਾਰ ਨੂੰ ਕਿ ਘੱਟੋ ਘੱਟ ਤੁਸੀਂ ਇਹਨਾਂ ਲੋਕਾਂ ਦੀ ਜ਼ਿੰਦਗੀ ਨੂੰ ਦੀ ਤਕਲੀਫਾਂ ਨੂੰ ਸਮਝੋ। ਪਰ ਸਰ ਸਰਕਾਰ ਤਾਂ ਸਮਝ ਹੀ ਰਹੀ ਹੈ, ਸਭ ਤੋਂ ਪਹਿਲਾਂ ਲਾਈਫ ਬਚੂਗੀ ਤਾਂ ਉਹਨਾਂ ਦੀ ਤਕਲੀਫਾਂ ਸਮਝਣਗੇ। DC ਸਾਹਿਬ ਨੇ ਤਾਂ ਆਪਣੇ ਵੱਲੋਂ ਸਹੀ ਕਿਹਾ ਨਾ, ਇਸ ਟਾਈਮ ਕੋਵਿਡ ਦੇ ਜੋ ਹਾਲਾਤ ਹੈ, ਜੋ ਕੇਸਿਸ ਆ ਰਹੇ ਹੈ, ਉਹਦੇ ਵਿੱਚ ਇੱਦਾਂ ਦਾ ਇਸ ਟਾਈਮ ਇੱਕ ਚੇਨ ਤੋੜਨਾ ਬਹੁਤ ਜ਼ਰੂਰੀ ਹੈ। ਸੋ ਉਹ ਚੇਨ ਤੋੜਨ ਲਈ ਸਾਨੂੰ ਸਭ ਨੂੰ ਆਪਣੇ ਆਪਣੇ ਘਰਾਂ 'ਚ ਇੱਕ ਵਾਰ ਬੈਠਣਾ ਪਏਗਾ। ਜੇ 10 ਦਿਨ ਬੈਠ ਕੇ ਸਾਡਾ ਗੁਜ਼ਾਰਾ ਹੁੰਦਾ ਜਾਂ 15 ਦਿਨ ਬਹਿ ਕੇ ਅਸੀਂ ਵਾਪਸ ਲਾਈਫ ਜੀਣੀ ਸ਼ੁਰੂ ਕਰ ਸਕਦੇ ਹਾਂ, ਇਸ ਕੋਵਿਡ 'ਤੇ ਜਿੱਤ ਪਾ ਸਕਦੇ, ਤਾਂ ਕਿਉਂ ਨਹੀਂ ਬੈਠਣਾ ਚਾਹੀਦਾ। ਬੜੇ ਵਧੀਆ ਸਵਾਲ ਕੀਤਾ ਤੁਸੀਂ ਮੈਨੂੰ। ਜੀ ਤੁਸੀਂ ਕਿਹਾ 15 ਦਿਨ ਘਰ ਬੈਠੋ, ਜੀ ਅਸੀਂ 2 ਮਹੀਨੇ ਘਰ ਬੈਠੇ ਜੀ ਪਿਛਲੇ ਸਾਲ, ਤੁਹਾਨੂੰ ਯਾਦ ਹੋਏਗਾ। ਬਿਲਕੁਲ ਬਿਲਕੁਲ ਮੈਂ ਤੁਸੀਂ 15 ਦਿਨ ਦੀ ਗੱਲ ਕਰ ਰਹੇ ਹੋ, ਮੈਂ 2 ਮਹੀਨੇ ਅਸੀਂ ਸਾਰੇ ਘਰ ਬੈਠੇ। ਜੀ। ਜਦੋਂ ਅਸੀਂ 2 ਮਹੀਨੇ ਘਰ ਬੈਠੇ, ਨਾ ਤਾਂ ਤੁਸੀਂ ਸਾਡੇ ਬਿਜਲੀ ਦਾ ਬਿੱਲ ਮਾਫ ਕੀਤਾ, ਜੀ। ਨਾ ਤੁਸੀਂ ਸਾਡਾ ਪਾਣੀ ਸੀਵਰ ਮਾਫ ਕੀਤਾ, ਨਾ ਤੁਸੀਂ ਸਾਨੂੰ ਕੋਈ ਸੁੱਖ ਸੁਵਿਧਾਵਾਂ ਜਿਹੜੀਆਂ ਕਿ ਹਰ ਦੇਸ਼ ਦੇ ਵਿੱਚ ਦਿੱਤੀਆਂ ਜਾਂਦੀਆਂ ਆਮ ਨਾਗਰਿਕ ਨੂੰ ਡਿਜ਼ਾਸਟਰ ਦੇ ਟਾਈਮ, ਡਿਜ਼ਾਸਟਰ ਮੈਨੇਜਮੈਂਟ ਐਕਟ ਦੇ ਤਹਿਤ ਤੁਸੀਂ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਉਹ ਸਾਰੀਆਂ ਸਹੂਲਤਾਂ ਦੇਣੀਆਂ ਬਣਦੀਆਂ ਸੀ ਜੋ ਆਪਦਾ ਦੇ ਦੌਰਾਨ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ। ਤੁਸੀਂ ਸਾਨੂੰ ਇਹ ਦੱਸੋ ਕਿ ਉਹ ਲੋਕ ਅੰਦਰ 2 ਮਹੀਨੇ ਅੰਦਰ ਬਹਿ ਕੇ ਆਪਣੇ ਆਪ ਨੂੰ, ਆਪਣੀ ਸੇਵਿੰਗ ਖਾ ਗਏ, ਆਪਣੇ ਆਪ ਨੂੰ ਬਰਬਾਦ ਕਰਤਾ। ਅੱਜ ਜਦੋਂ ਥੋੜਾ ਬਹੁਤ ਕੰਮ ਚੱਲਿਆ, ਕੰਮ ਹਿੱਲਿਆ, ਤੇ ਉਸ ਤੋਂ ਬਾਅਦ ਅੱਜ ਕੋਵਿਡ ਦਾ ਫਿਰ ਆਇਆ। ਬੜੀ ਮੈਂ ਇਸ ਗੱਲ ਨੂੰ ਸਮਝਦਾ ਵਾਂ ਕਿ ਕੋਵਿਡ ਜਿਹੜਾ ਹੈ ਉਹ ਮਤਲਬ ਸਾਨੂੰ ਚੇਨ ਤੋੜਨੀ ਚਾਹੀਦੀ ਹੈ, ਲੇਕਿਨ ਤੁਸੀਂ ਇਹ ਵੀ ਤਾਂ ਸੋਚੋ ਕਿ ਇੱਕ ਪਾਸੇ ਜੇ ਕੋਵਿਡ ਤੋਂ ਕੋਈ ਬਚ ਜਾਏਗਾ ਤੇ ਅੰਦਰ ਘਰ ਭੁੱਖਾ ਬਹਿ ਕੇ ਮਰ ਜਾਊਗਾ। ਤੇ ਘਰ ਭੁੱਖੇ ਨਾ ਮਾਰੋ, ਉਹਨਾਂ ਲੋਕਾਂ ਨੂੰ ਕੋਈ ਸਹੂਲਤਾਂ ਵੀ ਦਿਓ। ਉਹਨਾਂ ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹਾਂਗਾ, ਜਿਵੇਂ ਤੁਸੀਂ ਕਿਹਾ 2 ਮਹੀਨੇ ਇੱਦਾਂ ਦੇ ਹਾਲਾਤ ਰਹੇ ਸਰ, ਜਿਹੜੇ ਜ਼ਰੂਰਤਮੰਦ ਲੋਕ ਸੀਗੇ ਉਹਨਾਂ ਲਈ ਸਾਡੇ ਲੁਧਿਆਣਾ ਦੇ ਵਿੱਚ ਜਿਹੜੇ ਮੰਤਰੀ ਹੈਗੇ ਆ ਭਾਰਤ ਭੂਸ਼ਣ ਆਸ਼ੂ ਜੀ, ਜਿਹੜੇ ਖੁਰਾਕ ਮੰਤਰੀ ਵੀ ਹੈ, ਉਹਨਾਂ ਦੇ ਲੀਡਰਸ਼ਿਪ ਦੇ ਵਿੱਚ ਕਿੰਨੇ ਹੀ ਲੰਗਰ ਲੱਗੇ, ਕਿੰਨੇ ਹੀ ਕਾਉਂਸਲਰ ਨੇ ਆਪਣੇ ਆਪਣੇ ਇਲਾਕਿਆਂ 'ਚ ਲਾਏ, ਲੋਕਾਂ ਨੂੰ ਘਰਾਂ 'ਚ ਰਾਸ਼ਨ ਭੇਜਿਆ, ਇੰਨਾ ਕੁਛ ਆਇਆ, ਸੈਂਟਰ ਗੌਰਮੈਂਟ ਨੇ ਵੀ ਭੇਜਿਆ, ਇੰਨਾ ਸਮਾਨ ਤਾਂ ਆਇਆ, ਇੰਨਾ ਕੁਛ ਵੰਡਿਆ ਗਿਆ, ਇੰਨਾ ਅਸੀਂ ਦੇਖੇ NGOs ਨੇ ਅੱਗੇ ਆ ਕੇ ਲੰਗਰ ਲਾਏ, ਫਿਰ ਤੁਸੀਂ ਕਹਿ ਰਹੇ ਹੋ ਕੁਛ ਹੋਇਆ ਹੀ ਨਹੀਂ। ਤੁਸੀਂ ਦੇਖੋ, ਮੈਂ ਇਹ ਮੰਨਦਾ ਹਾਂ ਕਿ NGOs ਨੇ ਬਹੁਤ ਕੰਮ ਕੀਤਾ ਜੀ, ਉਹਨਾਂ ਲੋਕਾਂ ਨੇ ਆਪਣੇ ਆਪ ਵਾਰਤਾ, ਲੇਕਿਨ ਸਰਕਾਰ ਦਾ ਜਿਹੜਾ ਕੰਮ ਸੀਗਾ ਉਹ ਬਹੁਤ ਲੇਟ ਸ਼ੁਰੂ ਕੀਤਾ। ਅਗਰ ਕੋਈ ਇਹਨਾਂ ਨੇ ਇੰਨਾ ਰਾਸ਼ਨ ਵੰਡਿਆ ਹੁੰਦਾ ਤੇ ਇੰਨਾ ਮਜ਼ਦੂਰ ਵਰਗ ਕਿੱਦਾਂ ਪੈਦਲ ਜਾਂਦਾ। ਤੁਸੀਂ ਦੇਖਿਆ ਲੋਕਾਂ ਦੇ ਪੈਰਾਂ 'ਚ ਛਾਲੇ ਪੈ ਗਏ, ਲੋਕਾਂ ਮਰ ਗਏ ਲੋਕ ਉੱਥੇ ਪੈਦਲ ਘੁੰਮ ਘੁੰਮ ਕੇ। ਤੁਸੀਂ ਉਹਦਾ ਕੋਈ ਇੰਤਜ਼ਾਮ ਕੀਤਾ? ਤੁਸੀਂ ਕਹਿੰਦੇ ਅਸੀਂ ਰਾਸ਼ਨ ਵੰਡਿਆ, ਰਾਸ਼ਨ ਜੋ ਵੰਡਿਆ, ਰਾਸ਼ਨ ਦੀ ਜਿਹੜੀ ਤੁਸੀਂ ਦੁਰਗਤੀ ਕੀਤੀ, ਰਾਸ਼ਨ ਵੰਡਣ ਵੇਲੇ ਜੋ ਤੁਸੀਂ ਰਾਜਨੀਤਿਕ ਖੇਲ ਖੇਲਿਆ ਉਹ ਬੜਾ ਗਲਤ ਖੇਲਿਆ। ਤੁਸੀਂ
ਮੈਂ ਉਦੋਂ ਡੀਸੀ ਸਾਹਿਬ ਨੇ ਇੱਕ ਲੈਟਰ ਲਿਖੀ ਸੀ, ਉਦੋਂ ਡੀਸੀ ਪ੍ਰਦੀਪ ਅਗਰਵਾਲ ਜੀ ਹੁੰਦੇ ਸੀ, ਉਹਨਾਂ ਨੂੰ ਇੱਕ ਲੈਟਰ ਲਿਖੀ ਸੀ ਕਿ ਡਿਪਟੀ ਕਮਿਸ਼ਨਰ ਸਾਹਿਬ ਇੱਕ ਕਮੇਟੀ ਬਣਾ ਦਿਓ, ਵਾਰਡ ਵਾਈਜ਼ ਕਮੇਟੀ ਬਣਾ ਦਿਓ, ਜਿਹਦੇ 'ਚ ਸਾਰੀਆਂ ਪਾਰਟੀਆਂ ਦੇ ਜਿਹੜੇ ਪਾਰਟੀ ਦੇ ਲੋਕ ਨੇ ਉਹ ਪਾ ਦਿਓ, ਨਾਲ ਸੋਸ਼ਲ ਐਕਟਿਵਿਸਟ ਪਾ ਦਿਓ, ਉਹਨਾਂ 'ਤੇ ਇੱਕ ਕਮੇਟੀ ਬਣਾ ਕੇ ਉਹ ਜਿਹੜਾ ਰਾਸ਼ਨ ਉਸ ਤਰੀਕੇ ਸਹੀ ਤਰੀਕੇ ਨਾਲ ਵੰਡਿਆ ਜਾਵੇ, ਉਹਦੀ ਪਾਰਦਰਸ਼ਤਾ ਰਵੇ। ਲੇਕਿਨ ਪਾਰਦਰਸ਼ਤਾ ਨਹੀਂ ਰਹੀ। ਤੁਸੀਂ ਜਿਹੜਾ ਰਾਸ਼ਨ ਵੰਡਿਆ ਉਹ ਚੰਦ ਲੋਕਾਂ ਨੂੰ ਖੁਸ਼ ਕਰਨ ਲਈ ਵੰਡਿਆ ਗਿਆ। ਉਹ ਤੁਸੀਂ ਦੇਖਿਆ ਹੋਣਾ ਕਿ ਰਾਸ਼ਨ ਦੇ ਮਾਮਲੇ 'ਚ ਵੀ ਕਈ ਘੁਟਾਲੇ ਆਏ, ਔਰ ਇੱਕ ਰਿਪੋਰਟ ਵੀ ਆਈ ਹੈ ਕਿ ਮਤਲਬ ਜਿਹੜਾ ਰਾਸ਼ਨ ਦਾ ਜਿਹੜਾ ਰਿਕਾਰਡ ਜਿਹੜਾ ਉਹ 'ਚ ਫਰਕ ਹੈ। ਤੇ ਤੁਸੀਂ ਆਪਾਂ ਕਿੱਦਾਂ ਕਹਿ ਸਕਦੇ ਆ? ਤੁਸੀਂ ਅੱਜ ਆਸ਼ੂ ਜੀ ਸਾਡੇ ਖੁਰਾਕ ਮੰਤਰੀ ਨੇ ਪੰਜਾਬ ਦੇ, ਬਿਲਕੁਲ ਹੈਗੇ, ਆਪਣੇ ਆਪ ਨੂੰ ਵਿਕਾਸ ਪੁਰਸ਼ ਕਹਾਉਂਦੇ ਆ। ਵਿਕਾਸ ਪੁਰਸ਼ ਕਹਾਉਂਦੇ ਦਾ ਕੀ ਮਤਲਬ ਹੈ ਸਰ? ਵਿਕਾਸ ਪੁਰਸ਼ ਕਹਾ ਰਹੇ ਆ ਕਿ ਅਸੀਂ ਇੱਥੇ ਸੜਕਾਂ ਬਣਾ ਰਹੇ ਆ, ਇਹ ਲੇਅਰ ਵੈਲੀ ਬਣਾ ਰਹੇ ਆ, ਬਣਵਾ ਹੀ ਰਹੇ ਆ, ਉਹਨਾਂ ਦੇ ਵਿਜ਼ਨ ਕਰਕੇ ਹੀ ਜੀ ਹਾਂ ਬਣ ਰਹੀਆਂ। ਅੱਜ ਕੁਹਾਰੇ ਦਾ ਕੀ ਮਤਲਬ ਹੋਇਆ? ਮੈਨੂੰ ਆ ਨਹੀਂ ਸਮਝ ਕਿ ਵਿਕਾਸ ਪੁਰਸ਼ ਕਹਾ ਰਹੇ ਨੇ ਕਿ ਅਸੀਂ ਇੰਨਾ ਵਿਕਾਸ ਕਰ ਰਹੇ ਆ, ਲੇਕਿਨ ਜੋ ਇਨਸਾਨੀਅਤ ਦਾ ਵਿਨਾਸ਼ ਹੋ ਰਿਹਾ ਹੈ ਉਹਦੇ ਬਾਰੇ ਇਹ ਕੀ ਕਰ ਰਹੇ ਨੇ? ਇਨਸਾਨੀਅਤ ਨੂੰ ਤਾਂ ਸੰਭੋ। ਅੱਜ ਜ਼ਰੂਰਤ ਇੱਕ ਇਸ ਆਪਦਾ 'ਚ, ਇਸ ਜਦੋਂ ਕਰੋਨਾ ਮਹਾਮਾਰੀ ਦੇ ਵਿੱਚ ਜਿਸ ਚੀਜ਼ ਦੀ ਲੋੜ ਹੈ, ਅੱਜ ਸੜਕ ਦੀ ਲੋੜ ਨਹੀਂ ਹੈ। ਅੱਜ ਲੋੜ ਸਾਨੂੰ ਲੋਕਾਂ ਦਾ ਪੇਟ ਦੇ ਰਾਖੇ ਕਰਨ ਲਈ ਹੈ, ਲੋਕਾਂ ਦੇ ਪੇਟ ਖਾਲੀ ਹੈ। ਤੁਸੀਂ ਹੁਣ ਕੀ ਕਰਨ? ਟੈਕਸ, ਜਿਵੇਂ ਤੁਸੀਂ ਕਹਿ ਰਹੇ ਹੋ, ਜਿਹੜਾ ਟੈਕਸਾਂ ਦਾ ਜਿਹੜਾ ਤੁਸੀਂ ਕਹਿ ਰਹੇ ਹੋ ਦੰਡ ਜਿਹਨੂੰ ਤੁਸੀਂ ਸੰਗਿਆ ਦੇ ਰਹੇ ਹੋ, ਉਹ ਬੰਦ ਕਰਾ ਦੇਣ? ਜੀ ਹਾਂ। ਤੁਸੀਂ ਦੰਡ ਕਿੱਦਾਂ ਦਿੱਤਾ? ਸੈਂਟਰ ਨੇ ਪੈਟਰੋਲ ਵਧਾਇਆ, ਇਹਨਾਂ ਨੇ ਵੀ ਟੈਕਸ ਲਾਇਆ, ਆਪਣਾ ਟੈਕਸ ਛੱਡ ਦੇਣ। ਜੇ ਸੈਂਟਰ ਨੇ ਸਾਨੂੰ ਮਾਰਤਾ ਤਾਂ ਤੁਸੀਂ ਉਹ ਬਚਾ ਲਓ। ਤੇ ਦੂਜੀ ਗੱਲ ਹੋਰ, ਤੁਸੀਂ ਜਿਹੜਾ ਸਰੋਂ ਦਾ ਤੇਲ ਹੈ ਅੱਜ 150 ਰੁਪਏ ਦੇ ਲੀਟਰ ਮਿਲ ਰਿਹਾ, ਆਟਾ ਤੁਸੀਂ 10 ਰੁਪਏ ਵਧਾ ਦਿੱਤਾ। ਕਿਹੜੀ ਚੀਜ਼ ਐਸੀ ਜਿਹੜੀ ਖਾਣ ਪੀਣ ਵਾਲੀ ਹੈ, ਜਿਹੜੀ ਬੇਸਿਕ ਨੀਡਸ ਆ ਯਾਰ, ਜਦੋਂ ਸਾਨੂੰ ਆਟਾ ਰੋਟੀ ਚਾਹੀਦੀ ਹੈ, ਘੱਟੋ ਘੱਟ ਉਹਦੇ ਤੇ ਤਾਂ ਤੁਸੀਂ ਇੰਨਾ ਦੰਡ ਨਾ ਲਾਓ। ਉੱਥੇ ਤਾਂ ਸਾਨੂੰ ਬਚਾ ਲਓ, ਉੱਥੇ ਤੁਸੀਂ ਰੇਟ ਘਟਾਓ, ਸਾਨੂੰ ਸਬਸਿਡੀ ਦਿਓ। ਨਹੀਂ ਸਬਸਿਡੀ ਦੇ ਸਕਦੇ, ਤੁਸੀਂ ਘੱਟੋ ਘੱਟ ਲੋਕਾਂ ਨੂੰ ਸਹੀ ਰੇਟਾਂ ਤੇ ਜਿਹੜਾ ਸਮਾਨ ਮੁਹੱਈਆ ਕਰਾ ਲਓ। ਗਰੀਬ ਘੱਟੋ ਘੱਟ ਅੰਦਰ ਬੈਠਾ ਰੋਟੀ ਤਾਂ ਖਾ ਲਓ। ਤੁਸੀਂ 15 ਦਿਨ ਬੰਦ ਕਰਨਾ, ਮਹੀਨਾ ਬੰਦ ਕਰਨਾ ਕਰ ਲਓ, ਲੇਕਿਨ ਤੁਸੀਂ ਇਹ ਵੀ ਤਾਂ ਦੇਖੋ ਕਿ ਤੁਸੀਂ ਰਾਸ਼ਨ ਕਿੰਨਾ ਮਹਿੰਗਾ ਕਰੋ। ਕੋਈ ਰਣਨੀਤੀ ਤੁਹਾਡੀ ਕੋਈ ਹੈ? ਕੋਈ ਰਣਨੀਤੀ ਨਹੀਂ। ਸਿਰਫ ਉੱਪਰੋਂ ਵੱਡੇ ਲੀਡਰ ਮਹਿਲਾਂ 'ਚ ਬਹਿ ਕੇ ਆਰਡਰ ਦੇ ਦਿੰਦੇ ਆ ਕਿ ਕਰ ਦਿਓ ਲੋਕਡਾਊਨ, ਕਰ ਦਿਓ ਲੋਕਾਂ ਨੂੰ ਬੰਦ, ਕਰੋਨਾ ਫੈਲਾਤਾ। ਉਹ ਤੁਸੀਂ ਦੇਖੋ, ਕਰੋਨਾ ਦੇ ਨਾਲ ਤਾਂ ਮਰਨਗੇ ਲੋਕ, ਜਿਹੜੇ ਭੁੱਖੇ ਮਰ ਜਾਣਗੇ। ਉਹਨਾਂ ਬਾਰੇ ਕੀ ਤੁਹਾਡੀ ਸਟ੍ਰੈਟਜੀ, ਮਤਲਬ ਕੀ ਰਣਨੀਤੀ ਹੈਗੀ ਹੈ? ਮੈਨੂੰ ਇੱਕ ਗੱਲ ਤਾਂ ਦੱਸੋ ਰਾਵਲ ਜੀ, ਜਿਹੜਾ ਉੱਠਦਾ ਅੱਜ ਦੇ ਟਾਈਮ 'ਚ ਉਂਗਲ ਚੱਕਦਾ ਆਸ਼ੂ ਜੀ ਵੱਲ ਕਰ ਦਿੰਦਾ, ਜਿਹੜਾ ਉੱਠਦਾ ਉਂਗਲ ਚੱਕਦਾ ਆਸ਼ੂ ਜੀ ਵੱਲ ਕਰਦਾ, ਉਹ ਉਹਨਾਂ ਦਾ ਕਸੂਰ ਕੀ ਹੈ? ਹਰ ਬੰਦਾ ਆਉਂਦਾ, ਉਹਨਾਂ ਦਾ ਸੌਫਟ ਟਾਰਗੇਟ ਬਣ ਗਏ। ਜਿਹੜਾ ਬੰਦਾ ਆਉਂਦਾ ਕਹਿੰਦਾ ਮੈਂ ਪਾਪੂਲਰ ਹੋਣਾ ਜਾਂ ਮੈਂ ਕੋਈ ਗੱਲ ਕਰਨੀ ਹੈ, ਤੁਹਾਡੀ ਵੀ ਕੋਈ ਪਰਸਨਲ ਕਿਤੇ ਟਸਲ ਤਾਂ ਨਹੀਂ ਹੈਗੀ ਆਸ਼ੂ ਜੀ ਨਾਲ, ਜਿਹੜਾ ਤੁਸੀਂ ਵੀ ਚੱਕ ਕੇ ਉਹਨਾਂ 'ਤੇ ਉਂਗਲ ਕਰਤੀ? ਜੇ ਅਗਲਾ ਕੰਮ ਕਰਾ ਰਿਹਾ ਤਾਂ ਹੀ ਲੋਕੀ ਉਹਨਾਂ ਨੂੰ ਵਿਕਾਸ ਪੁਰਸ਼ ਕਹਿ ਰਹੇ ਹੈ, ਤੇ ਉਸ 'ਚ ਗਲਤ ਕੀ ਹੈ? ਸਵੇਰ ਹਫ਼ਤੇ 'ਚ 4-4 ਦਿਨ ਅਗਲਾ ਚੰਡੀਗੜ੍ਹ ਰਹਿੰਦਾ, 2 ਦਿਨ ਇੱਥੇ ਕਰਦਾ, ਕੀ ਉਹਦਾ 'ਤੇ ਜਿੰਨਾ ਕੋਈ ਹੋਰ ਸ਼ਹਿਰ ਦਾ MLA, ਕੋਈ ਕਾਉਂਸਲਰ, ਕੋਈ MP ਕੋਈ ਕੰਮ ਕਰ ਰਿਹਾ? ਦੇਖੋ, ਜਿਹਦਾ ਆਸ਼ੂ ਜੀ ਨਾਲ ਮੇਰੀ ਕੋਈ ਟਸਲ, ਮੇਰਾ ਤਾਂ ਬੜੇ ਅੱਛੇ ਸੰਬੰਧ ਹੈ ਮੇਰੇ। ਤਾਂ ਜਦੋਂ ਮੈਂ ਵੀ ਕਾਂਗਰਸ 'ਚ ਰਿਹਾ ਵਾਂ, ਮੇਰੇ ਕਿਸੇ ਟਾਈਮ ਜੂਨੀਅਰ ਹੁੰਦੇ ਸੀ। ਤੁਸੀਂ ਕਾਂਗਰਸ 'ਚ ਸੀਗੇ? ਯੈਸ, ਮੈਂ ਪਹਿਲਾਂ ਕਾਂਗਰਸ 'ਚ ਸੀਗਾ। ਮੈਂ ਬਹੁਤ ਦੇਰ ਪਹਿਲਾਂ ਕਾਂਗਰਸ ਛੱਡਤੀ ਸੀ। ਔਰ ਮੈਂ ਉਸ ਵੇਲੇ ਬਹੁਤ ਅੱਤਵਾਦ ਦਾ ਟਾਈਮ ਸੀਗਾ। ਅਸੀਂ ਸੀਨੀਅਰ ਹੁੰਦੇ ਸੀ, ਜੂਨੀਅਰ ਹੁੰਦੇ ਸੀ। ਅੱਛਾ। ਹਾਂ, ਤੇ ਸਾਨੂੰ ਬੜੀ ਖੁਸ਼ੀ ਹੈ ਕਿ ਅੱਜ ਪੰਜਾਬ ਦੇ ਮੰਤਰੀ ਨੇ। ਲੇਕਿਨ ਤੁਸੀਂ ਉਦੋਂ ਕੀ ਸੀਗੇ? ਮੈਂ ਉਦੋਂ ਡਿਸਟ੍ਰਿਕਟ ਯੂਥ ਕਾਂਗਰਸ 'ਚ ਸੀਗਾ। ਅੱਛਾ। ਪੰਜਾਬ ਯੂਥ ਕਾਂਗਰਸ 'ਚ ਰਿਹਾ। ਅੱਛਾ। ਫਿਰ ਮੈਂ ਪ੍ਰਦੇਸ਼ ਕਾਂਗਰਸ ਕਮੇਟੀ 'ਚ ਰਿਹਾ। ਓਕੇ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਮੇਰੀ ਕੋਈ ਕਿਸੇ ਨਾਲ ਵੀ ਪਰਸਨਲ ਟਸਲ ਨਹੀਂ ਹੈ। ਮੇਰੀ ਸਿਰਫ ਇਹ ਗੱਲ ਹੈ ਕਿ ਘੱਟੋ ਘੱਟ ਤੁਸੀਂ ਲੋਕਾਂ ਦੇ ਪੇਟ ਦੀ ਰਾਖੀ ਕਰ ਲਓ, ਲੋਕਾਂ ਨੂੰ ਜੋ ਬੇਸਿਕ ਨੀਡਸ ਹੈ ਉਹ ਦੇ ਦਿਓ। ਤੁਸੀਂ ਇੰਨੇ ਘੁਟਾਲੇ ਹੋਏ, ਤੁਸੀਂ ਕਿੰਨੀਆਂ ਵੀਡੀਓ ਵਾਇਰਲ ਹੋਈਆਂ ਤੁਸੀਂ ਦੇਖਿਆ ਹੋਣਾ। ਜਗਰਾਓਂ ਪੁਲ ਮੰਦਿਰ ਦੇ ਇੱਕ ਬ੍ਰਾਂਡਡ ਕੰਪਨੀ ਦਾ ਨਕਲੀ ਘਿਓ ਉਹ ਫੜਿਆ ਜਾ ਰਿਹਾ, ਵੀਡੀਓ ਵਾਇਰਲ ਹੋ ਰਹੀ ਹੈ। ਕੋਈ ਸੁਪਰ ਮੰਤਰੀ ਦੀ ਗੱਲ ਨਹੀਂ ਪਤਾ ਲੱਗ ਰਿਹਾ, ਕਿਸੇ ਸਾਡੇ ਖੁਰਾਕ ਮਿਨਿਸਟਰ ਨੂੰ ਪਤਾ ਨਹੀਂ ਲੱਗਿਆ, ਕੋਈ ਕਾਰਵਾਈ ਨਹੀਂ ਹੋਈ। ਉਹ ਯਾਰ ਮੰਤਰੀ ਤੁਸੀਂ ਕੀ ਕਹਿਤਾ? ਸੁਪਰ ਮੰਤਰੀ ਹੈ। ਨਹੀਂ, ਕੌਣ ਹੈ ਸੁਪਰ ਮੰਤਰੀ? ਸੁਪਰ ਮੰਤਰੀ ਤੁਹਾਨੂੰ ਪਤਾ ਹੀ ਹੈ, ਸਾਰਾ ਸ਼ਹਿਰ ਜਾਣਦਾ। ਨਹੀਂ, ਮੈਨੂੰ ਤਾਂ ਨਹੀਂ ਪਤਾ ਜੀ। ਮੈਨੂੰ ਤਾਂ ਦੇਖੋ, ਮੈਂ ਤਾਂ ਸੁਣਿਆ, ਮੈਂ ਵੀ ਸੁਪਰ ਮੰਤਰੀ ਸੁਣਿਆ। ਦੂਜੀ ਗੱਲ ਇਹ ਹੈ ਕਿ ਅਸੀਂ
ਤੁਹਾਨੂੰ ਇਹ ਕਹਿੰਦੇ ਘੱਟੋ ਘੱਟ ਰੱਬ ਨੂੰ ਤਾਂ ਛੱਡ ਦੇਣ, ਰੱਬ ਨੂੰ ਤਾਂ ਬਖਸ਼ ਦਿਓ। ਤੁਸੀਂ ਸਾਨੂੰ ਤਾਂ ਨਕਲੀ ਘਿਓ, ਨਕਲੀ ਆਟੇ, ਨਕਲੀ ਖਾਣ ਪੀਣ ਦੀਆਂ ਚੀਜ਼ਾਂ ਸਭ ਨਕਲੀ ਪਰੋਸ ਰਹੇ ਹੋ ਇੱਕ ਮਤਲਬ, ਤੇ ਘੱਟੋ ਘੱਟ ਰੱਬ ਨੂੰ ਤਾਂ ਨਾ ਦਿਓ, ਰੱਬ ਨੂੰ ਤਾਂ ਬਖਸ਼ ਦਿਓ। ਅੱਜ ਇੰਨਾ ਕੁਛ ਸ਼ਹਿਰ ਦੇ ਵਿੱਚ ਹੋਇਆ, ਸਾਡੇ ਮੰਤਰੀ ਜੀ ਦੀ ਜ਼ਿੰਮੇਵਾਰੀ ਬਣਦੀ ਸੀ। ਹੱਥ ਜੋੜ ਕੇ ਬੇਨਤੀ ਹੈ, ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਉਹਨਾਂ ਲੋਕਾਂ ਨੂੰ ਸਜ਼ਾ ਦਿੰਦੇ। ਅੱਜ ਉਹ ਮਾਮਲਾ ਖਤਮ ਕਰਤਾ, ਤੁਸੀਂ ਦੇਖਿਆ ਦੁਬਾਰਾ ਗੱਲ ਹੀ ਨਹੀਂ ਸੁਣੀ। ਇਹ ਹਮੇਸ਼ਾ ਇਦਾਂ ਹੁੰਦਾ ਆਇਆ ਵਾ। ਕਿੰਨਾ ਸਾਡੇ ਕਿੰਨਾ ਜਦੋਂ ਪਿਛਲੇ ਵਾਰੀ ਕੋਵਿਡ ਸੀਗਾ, ਤੁਸੀਂ ਦੇਖਿਆ ਹੋਊਗਾ ਕਿੱਦਾਂ ਮਤਲਬ ਮਾਫੀਆ ਨੇ ਫਾਇਦਾ ਉਠਾਇਆ। ਹਰ ਰੇਟ ਵਧਾ ਕੇ ਦਿੱਤੇ ਲੋਕਾਂ ਨੂੰ ਚੀਜ਼ ਜਿਹੜੀ ਅਪਰੋਚ ਰੇਟ ਸੀ ਬਹੁਤ ਮਹਿੰਗੀ ਕਰ ਦਿੱਤੀ ਗਈ। ਸੋ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਬਲੈਕ ਮਾਰਕੀਟਿੰਗ ਚੱਲ ਰਹੀ ਹੈ, ਬਲੈਕ ਮਾਰਕੀਟਿੰਗ ਬੜੇ ਹਾਈ ਲੈਵਲ ਤੇ ਹੋਈ। ਅੱਜ ਉਹਨਾਂ ਮਾਫੀਆ ਨੂੰ ਆਪਾਂ ਨਕੇਲ ਪਾਉਣ ਦੀ ਬਜਾਏ ਅੱਜ ਉਹਨਾਂ ਨੂੰ ਸ਼ੈਲਟਰ ਕਿਉਂ ਦੇ ਰਹੇ ਹਾਂ? ਉਹਨਾਂ ਨੂੰ ਸ਼ੈਲਟਰ ਨਾ ਦਿਓ। ਹੱਥ ਜੋੜ ਕੇ ਬੇਨਤੀ ਹੈ, ਇਹ ਇਨਸਾਨੀਅਤ ਦਾ ਦੌਰ ਹੈ, ਇਨਸਾਨੀਅਤ ਦੇ ਸੇਵਾ ਕਰਨ ਦਾ ਦੌਰ ਹੈ। ਅੱਜ ਆਪਦਾ ਆਈ ਆ, ਪੂਰੀ ਦੁਨੀਆ ਤੇ ਆਪਦਾ ਆਈ ਹੈ। ਜਿਹੜਾ ਤੁਸੀਂ ਇੱਕ ਮੁਹਿੰਮ ਚਲਾਈ ਹੈ ਸੋਸ਼ਲ ਮੀਡੀਆ ਤੇ ਕਿ ਫਿਰ ਟੈਕਸ ਦਾ ਦੰਡ ਕਿਉਂ, ਇਸ ਤੋਂ ਸਾਰਿਆਂ ਦਾ ਤੁਹਾਡਾ ਟਾਰਗੇਟ ਕੀ ਹੈ? ਤੁਸੀਂ ਕਹਿਣਾ ਕੀ ਚਾਹੁੰਦੇ ਹੋ ਪ੍ਰਸ਼ਾਸਨ? ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ, ਅਸੀਂ 2 ਮਹੀਨੇ ਅੰਦਰ ਬਹਿਣ ਨੂੰ ਤਿਆਰ ਹਾਂ ਜੀ। ਤੁਸੀਂ 3 ਮਹੀਨੇ ਅੰਦਰ ਬਿਠਾ ਦਿਓ, ਲੇਕਿਨ ਸਾਡੇ ਬਿਜਲੀ ਦੇ ਬਿੱਲ ਮਾਫ ਕਰ ਦਿਓ, ਸਾਡੇ ਪਾਣੀ ਸੀਵਰੇਜ ਮਾਫ ਕਰ ਦਿਓ। ਤੁਸੀਂ ਤਾਂ ਪ੍ਰੋਪਰਟੀ ਟੈਕਸ 10% ਵਧਾਤਾ। ਸਾਨੂੰ ਰਿਲੀਫ ਦੇਣ ਦੀ ਬਜਾਏ ਤੁਸੀਂ ਸਾਡੇ ਤੇ ਹੋਰ ਜ਼ੁਲਮ ਕੀਤਾ, ਟੈਕਸ ਲਗਾਈ ਜਾ ਰਹੀ। ਯਸ, ਇਹ ਵੀ ਇੱਕ ਜ਼ੁਲਮ ਹੈ। ਇਹ ਜ਼ੁਲਮ ਨਾ ਕਰੋ, ਰੱਬ ਦਾ ਵਾਸਤਾ ਜੇ। ਉਹ ਦੇਖ ਰਿਹਾ ਉੱਪਰ ਬੈਠਾ ਜੀ, ਉਹਦੀ ਲਾਠੀ 'ਚ ਆਵਾਜ਼ ਨਹੀਂ ਹੈ। ਘੱਟੋ ਘੱਟ ਤੁਸੀਂ, ਤੁਹਾਨੂੰ ਤਾਂ ਹਰ ਚੀਜ਼ ਮਿਲ ਰਹੀ ਹੈ, ਤੁਹਾਡੀ ਤਨਖਾਹਾਂ ਬੰਦ ਨਹੀਂ ਹੋਈਆਂ, ਤੁਹਾਡੇ ਮਾਣ ਭੱਤੇ ਬੰਦ ਨਹੀਂ ਹੋਏ, ਤੁਹਾਡੀ ਹਰ ਸੁੱਖ ਸੁਵਿਧਾਵਾਂ, ਤੁਹਾਡੇ ਪੈਟਰੋਲ ਤੱਕ ਫ੍ਰੀ ਨੇ। ਤੁਸੀਂ ਜਨਤਾ ਨੂੰ ਤਾਂ ਕੁਝ ਦੇ ਦਿਓ, ਤੁਸੀਂ ਆਪਣੇ ਛੱਡ ਦਿਓ। ਜਿਹੜੀ ਜਨਤਾ ਨੇ ਸੀਟ ਦਿੱਤੀ ਹੈ ਉਹਨਾਂ ਦੀ ਕੁਝ ਕਰ ਲਓ। ਤੁਹਾਨੂੰ ਜਨਤਾ ਨੇ ਚੁਣਿਆ, ਤੁਹਾਨੂੰ ਰੱਬ ਮੰਨਿਆ, ਅੱਜ ਤੁਸੀਂ ਸੱਚੀ ਰੱਬ ਬਣ ਗਏ ਯਾਰ। ਘੱਟੋ ਘੱਟ ਸੇਵਾ ਕਰ ਲਓ। ਤੁਹਾਨੂੰ ਪਿਛਲੇ ਜਨਮਾਂ ਵਿੱਚ ਕੋਈ ਚੰਗੇ ਕਰਮ ਕੀਤੇ ਸੀ, ਤੁਹਾਨੂੰ ਅੱਜ ਰਾਜ ਭਾਗ ਮਿਲਿਆ। ਉਸ ਤੋਂ ਕਹਿੰਦੇ ਅੱਜ ਰਾਜ ਭਾਗ ਤੁਹਾਨੂੰ ਮਿਲ ਗਿਆ, ਤੁਸੀਂ ਉਸ ਰਾਜ ਭਾਗ ਨੂੰ ਚੰਗੇ ਪਾਸੇ ਲਾਓ ਯਾਰ। ਚਲੋ ਠੀਕ ਹੈ ਸਰ, ਠੀਕ ਹੈ ਸਰ, ਥੈਂਕ ਯੂ ਜੀ, ਥੈਂਕ ਯੂ। ਤੇ ਦੋਸਤੋ, ਇਹ ਸੀਗੇ ਕੀਮਤੀ ਰਾਵਲ ਜੀ, ਜਿਹੜੇ ਕਿ ਸਮਾਜ ਸੇਵੀ ਹੈਗੇ। ਇਹਨਾਂ ਨੇ ਜਿਹੜਾ ਡੀਸੀ ਸਾਹਿਬ ਵੱਲੋਂ ਇੱਕ ਮੈਸੇਜ ਦਿੱਤਾ ਹੈ ਕਿ ਰੱਬ ਕਰਕੇ ਘਰ ਬੈਠ ਜਾਓ। ਸੋ ਇਹਨਾਂ ਨੇ ਉਹਨਾਂ 'ਤੇ ਬੜੇ ਸਾਰੇ ਸਵਾਲ ਦਾਗ ਦਿੱਤੇ ਹੈ, ਬੜੇ ਸਾਰੇ ਕੁਐਸਚਨ ਕਰ ਦਿੱਤੇ ਪ੍ਰਸ਼ਾਸਨ ਨੂੰ। ਈਵਨ ਕਿ ਇਹਨਾਂ ਨੇ ਜਿਹੜੇ ਸਾਡੇ ਖੁਰਾਕ ਮੰਤਰੀ ਹੈ, ਲੁਧਿਆਣਾ ਸ਼ਹਿਰ ਤੋਂ ਮੰਤਰੀ ਹੈ ਭਾਰਤ ਭੂਸ਼ਣ ਆਸ਼ੂ ਜੀ, ਉਹਨਾਂ 'ਤੇ ਵੀ ਬਹੁਤ ਸਾਰੇ ਕੁਐਸਚਨਸ ਕਰ ਦਿੱਤੇ ਹੈ ਕਿ ਬਾਜ਼ਾਰ ਦੇ ਵਿੱਚ ਇੱਕ ਪਾਸੇ ਪ੍ਰਸ਼ਾਸਨ ਕਹਿ ਰਿਹਾ ਕਿ ਲੋਕਾਂ ਨੂੰ ਅਪੀਲ ਕਰ ਰਿਹਾ ਕਿ ਘਰਾਂ 'ਚ ਬੈਠ ਜਾਓ, ਪਰ ਉਹ ਕਹਿੰਦੇ ਕਿ ਲੋਕੀ ਘਰਾਂ 'ਚ ਵੀ ਬੈਠਣ ਲਈ ਤਿਆਰ ਆ ਅਸੀਂ, ਪਰ ਕੀ ਉਹਦੀ ਕੋਈ ਸਟ੍ਰੈਟਜੀ ਤਾਂ ਦਿਓਗੇ ਕਿ 2 ਮਹੀਨੇ, ਜੇ ਉਹ 2 ਮਹੀਨੇ ਜਾਂ 3 ਮਹੀਨੇ ਪ੍ਰਸ਼ਾਸਨ ਦਾ ਸਾਥ ਦਿੰਦੇ ਹੈ ਕਿ ਉਹਨਾਂ ਨੂੰ ਪਹਿਲਾਂ ਦੀ ਤਰ੍ਹਾਂ ਪ੍ਰੋਪਰਟੀ ਟੈਕਸ ਦੇ ਰੂਪ 'ਚ ਜਾਂ ਪੈਟਰੋਲ ਦੇ ਰੇਟ ਵਧਾ ਕੇ ਕਿਸੇ ਨਾ ਕਿਸੇ ਤਰੀਕੇ ਫਿਰ ਇੱਕ ਨਵਾਂ ਟੈਕਸ ਲਗਾ ਕੇ ਟੈਕਸਾਂ ਦਾ ਦੰਡ ਤਾਂ ਨਹੀਂ ਲਗਾ ਦਿੱਤਾ ਜਾਏਗਾ ਘਰੇ ਬੈਠ ਕੇ, ਜਾਂ ਉਹਨਾਂ ਨੂੰ ਘਰਾਂ ਦੇ ਵਿੱਚ ਕੋਈ ਰਾਸ਼ਨ ਮਿਲੇਗਾ, ਉਹਨਾਂ ਦਾ ਬਿਜਲੀ ਪਾਣੀ ਮੁਫਤ ਹੋਏਗਾ, ਕੀ ਚੀਜ਼ਾਂ ਹੋਣਗੀਆਂ। ਇੱਕ ਸਟ੍ਰੈਟਜੀ, ਇੱਕ ਸਾਫ਼ ਸਪਸ਼ਟ ਕਲੀਅਰ ਪਿਕਚਰ ਕੀਤੀ ਜਾਵੇ ਤੇ ਲੋਕ ਵੀ ਸਾਥ ਦੇਣ ਲਈ ਤਿਆਰ ਹੈਗੇ ਹੈ ਪ੍ਰਸ਼ਾਸਨ ਦਾ। ਸੋ ਇਹ ਸਾਰੀਆਂ ਗੱਲਾਂ ਨਾਲ ਤੁਹਾਨੂੰ ਇਜਾਜ਼ਤ ਲੈਂਦੇ ਹਾਂ। ਇੱਦਾਂ ਹੀ ਹੋਰ ਵੀ ਨਵੇਂ ਮੁੱਦਿਆਂ ਨਾਲ ਗੱਲ ਕਰਦੇ ਰਹਾਂਗੇ। ਦੇਖਦੇ ਰਹੋ।